ਸਤਿ ਸ੍ਰੀ ਅਕਾਲ। ਸਿਗਰਿਓ ਪੰਜਾਬ ਮੇਲ USA TV ਮੈਂ ਬਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ। ਆਸਟ੍ਰੇਲੀਆ ਨਾਲ ਫਾਰਮ ਵੀਜ਼ਾ ਸੰਭਵ, ਡੂਅਲ ਡਿਗਰੀ ਤੇ ਜਲਦੀ ਬਣੇਗੀ ਸਹਿਮਤੀ। ਆਸਟ੍ਰੇਲੀਆ ਖੋਲ ਸਕਦਾ ਹੈ ਭਾਰਤੀਆਂ ਲਈ ਦਰਵਾਜ਼ੇ। ਸੈਕਰਾਮੈਂਟੋ ਸਮੂਹਿਕ ਗੋਲਾਬਾਰੀ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਗ੍ਰਿਫਤਾਰ। ਅਮਰੀਕਾ ਨੇ ਰੂਸ ਦੇ ਕਾਰੋਬਾਰ ਤੇ ਸਾਈਬਰ ਅਪਰਾਧ ਦਾ ਲਗਾਇਆ ਦੋਸ਼। ਅਮਰੀਕਾ ਨੇ ਨਵੀਆਂ ਪਾਬੰਦੀਆਂ ਵਿੱਚ ਪੁਤਿਨ ਦੀਆਂ ਬੇਟੀਆਂ ਤੇ ਰੂਸੀ ਬੈਂਕ ਨੂੰ ਬਣਾਇਆ ਨਿਸ਼ਾਨਾ। ਰੂਸ ਨਾਲ ਯੁੱਧ ਕਰਨਾ ਸਾਡੇ ਹਿੱਤ ਵਿੱਚ ਨਹੀਂ, ਸਿਰਫ ਯੂਕਰੇਨ ਨੂੰ ਸਮਰਥਨ ਦੇਣ ਲਈ ਹਾਂ ਵਚਨਬੱਧ ਅਮਰੀਕਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਮਗਰੋਂ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2021 ਚ 12% ਤੱਕ ਦਾ ਵਾਧਾ ਹੋਇਆ ਹੈ, ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ 8% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਸਰਕਾਰੀ ਰਿਪੋਰਟ ਵਿੱਚ ਮਿਲੀ ਹੈ। ਸਭ ਤੋਂ ਵੱਧ ਗਿਣਤੀ ਵਿੱਚ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਨੇ। ਅਮਰੀਕਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਕੋਵਿਡ-19 ਮਹਾਮਾਰੀ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਦਾਖਲੇ ਨੂੰ ਪ੍ਰਭਾਵਿਤ ਕਰ ਰਹੀ ਹੈ। ਸਟੂਡੈਂਟਸ ਐਂਡ ਐਕਸਚੇਂਜ ਵਿਜ਼ਿਟਰ ਇਨਫੋਰਮੇਸ਼ਨ ਸਿਸਟਮ ਦੇ ਸਰਗਰਮ F1 ਅਤੇ M1 ਵਿਦਿਆਰਥੀਆਂ ਦੀ ਕੁੱਲ ਸੰਖਿਆ 2021 ਵਿੱਚ 12,36,748 ਰਹੀ, ਜੋ ਕਿ 2020 ਦੇ ਮੁਕਾਬਲੇ 1.2% ਘੱਟ ਹੈ। F1 ਅਤੇ M1 ਦੋ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ਾ ਨੇ। J1 ਇੱਕ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ਾ ਵੀ ਹੈ, ਪਰ ਜ਼ਿਆਦਾਤਰ ਖੋਜ ਪ੍ਰੋਗਰਾਮਾਂ ਲਈ ਦਿੱਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਾਲਾਂਕਿ ਚੀਨ ਤੋਂ 2020 ਦੇ ਮੁਕਾਬਲੇ 2021 ਵਿੱਚ ਘੱਟ ਵਿਦਿਆਰਥੀ ਆਏ, ਜਦੋਂ ਕਿ ਭਾਰਤ ਨੇ ਵਧੇਰੇ ਵਿਦਿਆਰਥੀ ਭੇਜੇ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਵਿੱਚੋਂ 37% ਔਰਤਾਂ ਨੇ। ਕੁੱਲ ਮਿਲਾ ਕੇ ਚੀਨ 3,48,992 ਵਿਦਿਆਰਥੀਆਂ ਨੂੰ ਭੇਜ ਕੇ ਅਮਰੀਕਾ ਵਿੱਚ ਸਿਖਰ ਤੇ ਬਣਿਆ ਹੋਇਆ ਹੈ। ਭਾਰਤ ਤੋਂ 2,35,851 ਵਿਦਿਆਰਥੀ ਅਮਰੀਕਾ ਆਏ। ਇਸ ਤੋਂ ਬਾਅਦ ਦੱਖਣੀ ਕੋਰੀਆ ਤੋਂ 58,787, ਕੈਨੇਡਾ 37,453 ਵਿਦਿਆਰਥੀ ਅਮਰੀਕਾ ਗਏ। ਭਾਰਤ ਨਾਲ ਮੁਕਤ ਵਪਾਰ ਸਮਝੌਤੇ ਵਿੱਚ ਯੋਂਗ ਸ਼ੈਫ ਤੇ ਵਰਕਿੰਗ ਵੀਜ਼ੇ ਦੀ ਆਗਿਆ ਤੋਂ ਬਾਅਦ ਆਸਟ੍ਰੇਲੀਆ ਭਾਰਤੀ ਫਾਰਮ ਸੈਕਟਰ ਨਾਲ ਜੁੜੇ ਵੀਜ਼ਾ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਨੇ ਵਿਦੇਸ਼ ਮੰਤਰੀ ਡੇਨ ਟੇਹਨ ਨੇ ਇਸ ਗੱਲ ਦੇ ਸੰਕੇਤ ਦਿੱਤੇ। ਉੱਥੇ ਦੋਵਾਂ ਦੇਸ਼ਾਂ ਦੇ ਵਿਦਿਆਰਥੀ ਜਲਦੀ ਹੀ ਡੂਅਲ ਡਿਗਰੀ ਵਿਵਸਥਾ ਤਹਿਤ ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਸਿਲੇਬਸਾਂ ਦੀ ਪੜ੍ਹਾਈ ਕਰ ਸਕਣਗੇ। ਇਸ ਗੱਲ ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣ ਚੁੱਕੀ ਹੈ। ਜਲਦੀ ਹੀ ਭਾਰਤ ਤੇ ਆਸਟ੍ਰੇਲੀਆ ਦੇ ਮਨੁੱਖੀ ਵਸੀਲੇ ਮੰਤਰਾਲਾ ਨਾਲ ਮਿਲ ਕੇ ਡੂਅਲ ਡਿਗਰੀ ਵਿਵਸਥਾ ਨੂੰ ਅੰਤਮ ਰੂਪ ਦਿੱਤਾ ਜਾਏਗਾ। ਉੱਥੇ ਹੀ ਬੀਤੇ 2 ਅਪ੍ਰੈਲ ਨੂੰ ਹੋਏ ਮੁਕਤ ਵਪਾਰ ਸਮਝੌਤੇ ਤੋਂ ਉਤਸ਼ਾਹਿਤ ਭਾਰਤ ਤੇ ਆਸਟ੍ਰੇਲੀਆ ਹੁਣ ਸਾਲ 2030 ਤੱਕ ਆਪਣੇ ਵਪਾਰ ਨੂੰ $100 ਅਰਬ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ $27.5 ਅਰਬ ਦਾ ਕਾਰੋਬਾਰ ਹੁੰਦਾ ਹੈ। ਬੁੱਧਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਦੇ ਵਪਾਰ ਮੰਡਲ ਦੀ ਬੈਠਕ ਵਿੱਚ ਟੇਹਨ ਨੇ ਕਿਹਾ ਕਿ ਉਹ ਸਰਵਿਸ ਸੈਕਟਰ ਵਿੱਚ ਭਾਰਤ ਦੇ ਯੋਗ ਤੇ ਸ਼ੈਫ ਤੋਂ ਇਲਾਵਾ ਹੋਰ ਸੈਕਟਰ ਲਈ ਵੀ ਆਸਟ੍ਰੇਲੀਆ ਦਾ ਦਰਵਾਜ਼ਾ ਖੋਲ੍ਹ ਸਕਦੇ ਨੇ। ਉਹਨਾਂ ਨੇ ਕਿਹਾ ਕਿ ਫਾਰਮ ਸੈਕਟਰ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ ਆਸਟ੍ਰੇਲੀਆ ਤੇ ਫਾਰਮ ਸੈਕਟਰ ਦੀ ਵੀਜ਼ਾ ਆਗਿਆ ਦੇਣ ਲਈ ਲਗਾਤਾਰ ਦਬਾਅ ਬਣਾ ਰਿਹਾ ਹੈ। ਇਸ ਦਾ ਫਾਇਦਾ ਇਹ ਹੋਏਗਾ ਕਿ ਭਾਰਤ ਦੇ ਖੇਤੀ ਕਾਮਿਆਂ ਨੂੰ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਆਸਟ੍ਰੇਲੀਆ 'ਚ ਖੇਤੀਬਾੜੀ ਕਰਨ ਦੇ ਲਈ ਕਾਮਿਆਂ ਦੀ ਭਾਰੀ ਕਮੀ ਹੈ ਤੇ ਹੁਣੇ ਜਿਹੇ ਆਸਟ੍ਰੇਲੀਆ ਨੇ ਫਾਰਮ ਸੈਕਟਰ ਵਿੱਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀਅਤਨਾਮ ਨੂੰ ਫਾਰਮ ਵੀਜ਼ਾ ਦੇਣ ਦੀ ਆਗਿਆ ਦਿੱਤੀ ਹੈ। ਟੇਹਨ ਨਾਲ ਗੱਲਬਾਤ ਤੋਂ ਬਾਅਦ ਭਾਰਤੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਡੂਅਲ ਡਿਗਰੀ ਵਿਵਸਥਾ ਤੇ ਦੋਵਾਂ ਦੇਸ਼ਾਂ ਵੱਲੋਂ ਮਨਜ਼ੂਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਆਪਸ ਵਿੱਚ ਸਹਿਮਤੀ ਬਣਾਉਣਗੇ। ਫਿਰ ਇਸ ਵਿਵਸਥਾ ਤਹਿਤ ਪੜ੍ਹਾਈ ਹੋਏਗੀ। ਇਸ ਤਹਿਤ 4 ਸਾਲ ਦੇ ਕਿਸੇ ਕੋਰਸ ਵਿੱਚ 2 ਸਾਲ ਭਾਰਤ ਵਿੱਚ ਤੇ 2 ਸਾਲ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਪੜ੍ਹਨਾ ਪਏਗਾ। ਇਸ ਹਾਲਤ ਵਿੱਚ ਆਸਟ੍ਰੇਲੀਆ ਦੇ ਵਿਦਿਆਰਥੀ ਭਾਰਤ ਵਿੱਚ 2 ਸਾਲ ਪੜ੍ਹਨਗੇ। ਦੋਵੇਂ ਦੇਸ਼ ਡੂਅਲ ਡਿਗਰੀ ਨੂੰ ਮਾਨਤਾ ਦੇਣਗੇ। ਗੋਇਲ ਤੇ ਟੇਹਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਵਿਵਸਥਾ ਨਾਲ ਗਿਆਨ ਪ੍ਰਾਪਤੀ ਦਾ ਪੱਧਰ ਕਾਫੀ ਉੱਤਮ ਹੋਏਗਾ। ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ ਇਸ ਵਿਵਸਥਾ ਦੀ ਵਿਸਤਾਰਤ ਰੂਪਰੇਖਾ ਤਿਆਰ ਕੀਤੀ ਜਾਏਗੀ। ਲੰਘੇ ਐਤਵਾਰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਅੰਦਰਲੇ ਖੇਤਰ ਵਿੱਚ ਸਮੂਹਿਕ ਗੋਲਾਬਾਰੀ ਦੀ ਵਾਪਰੀ ਘਟਨਾ, ਜਿਸ ਵਿੱਚ 3 ਔਰਤਾਂ ਸਮੇਤ 6 ਵਿਅਕਤੀ ਮਾਰੇ ਗਏ ਸਨ ਤੇ 12 ਹੋਰ ਜ਼ਖਮੀ ਹੋਏ ਸਨ, ਸੰਬੰਧੀ ਪੁਲਿਸ ਨੇ ਦੂਸਰੇ ਸ਼ੱਕੀ ਦੋਸ਼ੀ 27 ਸਾਲਾ ਸਮੀਲੇ ਮਾਰਟਿਨ ਨੂੰ गिरफ्तार किया है। पुलिस अनुसार समीले मार्टिन इस मामले में पहला गिरफ्तार किए जा चुके डंड्रे मार्टिन का भरा है। जो
ਜੋ ਬਾਈਡਨ ਪ੍ਰਸ਼ਾਸਨ ਨੇ ਦੋਸ਼ ਲਗਾਇਆ ਹੈ ਕਿ ਰੂਸ ਦੇ ਕੁਲੀਨ ਵਰਗ ਦੇ ਇੱਕ ਵਿਅਕਤੀ ਨੇ ਅਮਰੀਕੀ ਸਰਕਾਰ ਦੀਆਂ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਨਾਲ ਹੀ ਪ੍ਰਸ਼ਾਸਨ ਨੇ ਰੂਸੀ ਫੌਜੀ ਖੁਫੀਆ ਏਜੰਸੀ ਵੱਲੋਂ ਕੰਟਰੋਲ ਇੱਕ ਸਾਈਬਰ ਅਪਰਾਧ ਮੁਹਿੰਮ ਦਾ ਪਤਾ ਲਗਾਇਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕਰੇਨ ਵਿੱਚ ਰੂਸੀ ਫੌਜ ਤੇ ਹਮਲਿਆਂ ਦਰਮਿਆਨ ਇਸ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਲੋਕਾਂ ਦੀ ਅਪਰਾਧਕ ਗਤੀਵਿਧੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਅਤੇ ਸਾਈਬਰ ਹਮਲਿਆਂ ਨੂੰ ਰੋਕਣਾ ਚਾਹੁੰਦੇ ਨੇ। ਡਿਪਟੀ ਅਟਾਰਨੀ ਜਨਰਲ ਲੀਸਾ ਮੋਨਾਕੋ ਨੇ ਬੁੱਧਵਾਰ ਨੂੰ ਕਿਹਾ ਕਿ ਪਾਬੰਦੀ ਨਾਲ ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਰੂਸੀ ਕੁਲੀਨ ਵਰਗਾਂ ਅਤੇ ਸਾਈਬਰ ਅਪਰਾਧੀਆਂ ਨੂੰ ਸੁਰੱਖਿਅਤ ਟਿਕਾਣੇ ਨਹੀਂ ਮਿਲੇ। ਰੂਸ ਦੇ ਮੀਡੀਆ ਕਾਰੋਬਾਰੀ ਕੌਨਸਟੈਂਟਿਨੈਂਟ ਵਿਰੁੱਧ ਖਜ਼ਾਨਾ ਵਿਭਾਗ ਦੀਆਂ ਪਾਬੰਦੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਾਬੰਦੀ ਤਹਿਤ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਨਾਲ ਕੰਮ ਕਰਨ ਜਾਂ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਦੋਸ਼ ਹਨ ਕਿ ਮਾਲਿਓਫੇਵ ਨੇ ਰੂਸ ਦੇ ਸਮਰਥਨ 'ਚ ਪ੍ਰਚਾਰ ਲਈ ਯੂਰਪ 'ਚ ਮੀਡੀਆ ਸੰਸਥਾਵਾਂ ਦਾ ਗੁਪਤ ਰੂਪ ਨਾਲ ਮਿਸ਼ਰਨ ਕਰਨ ਲਈ ਸਹਿ ਸਾਜ਼ਿਸ਼ਕਰਤਾ ਦੇ ਰੂਪ ਵਿੱਚ ਕੰਮ ਕੀਤਾ। CNBC ਅਤੇ ਫੌਕਸ ਨਿਊਜ਼ ਦੇ ਇੱਕ ਸਾਬਕਾ ਕਰਮਚਾਰੀ ਨੂੰ ਪਿਛਲੇ ਮਹੀਨੇ ਲੰਡਨ ਵਿੱਚ ਮਾਲਿਓਫੇਵ ਦੇ ਟੈਲੀਵਿਜ਼ਨ ਨਿਰਮਾਤਾ ਦੇ ਰੂਪ ਵਿੱਚ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਨੇ ਯੂਕਰੇਨ ਵਿੱਚ ਜੰਗੀ ਅਪਰਾਧਾਂ ਦੀ ਜਵਾਬੀ ਕਾਰਵਾਈ ਤਹਿਤ ਬੁੱਧਵਾਰ ਨੂੰ ਰੂਸੀ ਬੈਂਕਾਂ ਤੇ ਜੁਰਮਾਨਾ ਵਧਾਏ ਜਾਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ 2 ਬੇਟੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਲਗਾਏ ਜਾਣ ਦਾ ਐਲਾਨ ਕੀਤਾ। ਇਸ ਕਦਮ ਤਹਿਤ ਸਬਰ ਬੈਂਕ ਅਤੇ ਅਲਫਾ ਬੈਂਕ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰਨ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਇਹਨਾਂ ਸੰਸਥਾਵਾਂ ਨਾਲ ਵਪਾਰ ਕਰਨ ਤੋਂ ਰੋਕਿਆ ਗਿਆ ਹੈ। ਇਸ ਤੋਂ ਇਲਾਵਾ ਅਮਰੀਕੀ ਪਾਬੰਦੀਆਂ ਦੇ ਦਾਇਰੇ 'ਚ ਪੁਤਿਨ ਦੀਆਂ ਬੇਟੀਆਂ ਮਾਰੀਆ ਪੁਤਿਨ ਅਤੇ ਕੈਟਰੀਨਾ ਤਿਖਨੋਵਾ ਅਤੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ਟੂਨਿਨ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਰੂਸ ਦੀ ਸੁਰੱਖਿਆ ਕੌਂਸਲ ਦੇ ਮੈਂਬਰ ਅਤੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੂੰ ਵੀ ਰੱਖਿਆ ਗਿਆ ਹੈ। ਅਮਰੀਕਾ ਨੇ ਪੁਤਿਨ ਪਰਿਵਾਰ ਦੇ ਸਾਰੇ ਕਰੀਬੀ ਮੈਂਬਰਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਹਨਾਂ ਦੀ ਅਮਰੀਕੀ ਸਥਿਤੀ ਸਾਰੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਰੂਸ ਪਿਛਲੇ 42 ਦਿਨਾਂ ਤੋਂ ਯੂਕਰੇਨ ਤੇ ਹਮਲੇ ਕਰ ਰਿਹਾ। ਯੁੱਧ ਵਿੱਚ ਯੂਕਰੇਨ ਵਿੱਚ ਹਰ ਪਾਸੇ ਤਬਾਹੀ ਮਚੀ ਹੋਈ ਹੈ। ਇਸ ਜੰਗ ਵਿੱਚ ਅਮਰੀਕਾ ਯੂਕਰੇਨ ਦੀ ਮਦਦ ਕਰ ਰਿਹਾ ਹੈ। ਇਸ ਵਿਚਾਲੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਦਾ ਕਹਿਣਾ ਹੈ ਕਿ ਰੂਸ ਨਾਲ ਯੁੱਧ ਕਰਨਾ ਜਾਣਾ ਅਮਰੀਕੀ ਲੋਕਾਂ ਦੇ ਹਿੱਤਾਂ ਵਿੱਚ ਨਹੀਂ ਹੈ। ਹਾਲਾਂਕਿ ਅਸੀਂ ਯੂਕਰੇਨ ਨੂੰ ਆਪਣਾ ਸਮਰਥਨ ਜਾਰੀ ਰੱਖਣ ਵਿੱਚ ਵਚਨਬੱਧ ਹਾਂ। ਇਸ ਜੰਗ ਤੋਂ ਉਭਰਨ ਲਈ ਕੁਝ ਸਮਾਂ ਲੱਗੇਗਾ ਤੇ ਅਮਰੀਕਾ ਇਸ ਦਾ ਹਿੱਸਾ ਬਣਿਆ ਰਹੇਗਾ। ਜੇਨ ਸਾਕੀ ਨੇ ਅੱਗੇ ਕਿਹਾ ਕਿ ਪਾਬੰਦੀਆਂ ਦਾ ਟੀਚਾ ਰੂਸ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰਨਾ ਹੈ। ਉਹਨਾਂ ਲੋਕਾਂ ਕੋਲ ਬੇਅੰਤ ਸਰੋਤ ਨਹੀਂ। ਸਾਡੇ ਵੱਲੋਂ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਮੱਦੇਨਜ਼ਰ ਰੂਸ ਨੂੰ ਆਖਰਕਾਰ ਡਾਲਰ ਦੇ ਭੰਡਾਰ ਨੂੰ ਖਤਮ ਕਰਨ ਜਾਂ ਨਵੇਂ ਮਾਲੀਆ ਨੂੰ ਅਪਣਾਉਣ ਜਾਂ ਡਿਫਾਲਟ ਰੂਪ ਨਾਲ ਚੁਣਨ ਲਈ ਮਜਬੂਰ ਹੋਏਗਾ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਉਦੇਸ਼ ਦਾ ਸਭ ਤੋਂ ਵੱਡਾ ਹਿੱਸਾ ਉਹਨਾਂ ਸਰੋਤਾਂ ਨੂੰ ਖਤਮ ਕਰਨਾ ਹੈ ਜੋ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਣ ਅਤੇ ਉਸ ਦੀ ਵਿੱਤੀ ਪ੍ਰਣਾਲੀ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਕਰ ਰਹੇ ਨੇ। ਫਿਲਹਾਲ ਯੂਕਰੇਨ ਦੇ ਬਚਾਅ ਤੋਂ ਸਾਹਮਣੇ ਆਈਆਂ ਖੌਫਨਾਕ ਤਸਵੀਰਾਂ ਨੇ ਦੁਨੀਆ ਨੂੰ ਰੂਸ ਦੇ ਖਿਲਾਫ ਖੜਾ ਕਰ ਦਿੱਤਾ ਹੈ। ਯੂਕਰੇਨ ਨੇ ਰੂਸ ਦੇ ਖਿਲਾਫ ਜੰਗੀ ਅਪਰਾਧਾਂ ਲਈ ਮੁਕੱਦਮੇ ਚਲਾਉਣ ਅਤੇ ਸਖਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਹਾਲ ਹੀ ਵਿੱਚ ਬਣੇ ਸੁਰੱਖਿਆ ਗੱਠਜੋੜ ਔਕਸ ਦੇ ਤਹਿਤ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਾਧੇ ਫੌਜੀ ਹਮਲੇ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਦੇ ਵਿਚਕਾਰ 3 ਦੇਸ਼ਾਂ ਨੇ ਇਹ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਔਕਸ ਦੀ ਪ੍ਰਗਤੀ ਤੇ ਵਿਚਾਰ ਕਰਨ ਤੋਂ ਬਾਅਦ ਇਸ ਯੋਜਨਾ ਦਾ ਐਲਾਨ ਕੀਤਾ। ਤਿੰਨਾਂ ਦੇਸ਼ਾਂ ਨੇ ਇਹ ਗੱਠਜੋੜ ਪਿਛਲੇ ਸਾਲ ਸਤੰਬਰ ਵਿੱਚ ਬਣਾਇਆ ਸੀ। ਇੱਕ ਸੰਯੁਕਤ ਬਿਆਨ ਵਿੱਚ ਨੇਤਾਵਾਂ ਨੇ ਕਿਹਾ ਕਿ ਉਹ ਹਾਈਪਰਸੋਨਿਕ, ਐਂਟੀ ਹਾਈਪਰਸੋਨਿਕ ਪ੍ਰਣਾਲੀਆਂ ਅਤੇ ਇਲੈਕਟ੍ਰੋਨਿਕ ਯੁੱਧ ਸਮਰੱਥਾ ਦੇ ਨਾਲ-ਨਾਲ ਜਾਣਕਾਰੀ ਸਾਂਝੀ ਕਰਨ ਦਾ ਵਿਸਤਾਰ ਕਰਨ ਅਤੇ ਰੱਖਿਆ ਨਵੀਨਤਾ ਤੇ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਨਵਾਂ ਤਿਕੋਣੀ ਸਹਿਯੋਗ ਬਣਾਉਣ ਲਈ ਵਚਨਬੱਧ ਨੇ। ਅਮਰੀਕਾ, ਰੂਸ ਅਤੇ ਚੀਨ ਸਭ ਦਾ ਧਿਆਨ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਿਕਾਸ ਤੇ ਹੈ। ਇਹ ਇੰਨੀ ਤੇਜ਼ ਪ੍ਰਣਾਲੀ ਹੈ ਕਿ ਕੋਈ ਵੀ ਮੌਜੂਦਾ ਮਿਜ਼ਾਈਲ ਰੱਖਿਆ ਪ੍ਰਣਾਲੀ ਇਸ ਨੂੰ ਰੋਕ ਨਹੀਂ ਸਕਦੀ। ਅਮਰੀਕੀ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਪੁਸ਼ਟੀ ਕੀਤੀ ਸੀ ਕਿ ਚੀਨ ਨੇ ਇੱਕ ਹਾਈਪਰਸੋਨਿਕ ਹਥਿਆਰ ਪ੍ਰਣਾਲੀ ਦਾ ਪ੍ਰੀਖਣ ਕੀਤਾ ਹੈ। ਬਲੂਮਬਰਗ ਟੈਲੀਵਿਜ਼ਨ ਨੂੰ ਦਿੱਤੇ ਇੰਟਰਵਿਊ ਵਿੱਚ ਮਿਲੀ ਨੇ ਚੀਨ ਦੇ ਇਸ ਟੈਸਟ ਨੂੰ ਬਹੁਤ ਮਹੱਤਵਪੂਰਨ ਦੱਸਿਆ। ਇਸ ਦੇ ਨਾਲ ਹੀ ਉਹਨਾਂ ਨੇ ਇਸ ਤੇ ਚਿੰਤਾ ਵੀ ਜ਼ਾਹਿਰ ਕੀਤੀ ਸੀ। ਮੌਰਿਸਨ ਨੇ ਕਿਹਾ ਕਿ ਹਾਈਪਰਸੋਨਿਕ ਮਿਜ਼ਾਈਲਾਂ ਦਾ ਨਿਰਮਾਣ 2 ਸਾਲ ਪਹਿਲਾਂ ਜਾਰੀ ਕੀਤੀ ਗਈ ਰਣਨੀਤਿਕ ਯੋਜਨਾ ਦੇ ਅਨੁਸਾਰ ਹੈ, ਜਿਸ ਨਾਲ ਆਸਟ੍ਰੇਲੀਆਈ ਫੌਜ ਦੀ ਲੰਬੀ ਦੂਰੀ ਦੀ ਹੜਤਾਲ ਸਮਰੱਥਾ ਨੂੰ ਵਧਾਇਆ ਜਾ ਸਕੇ। ਸੰਯੁਕਤ ਰਾਸ਼ਟਰ ਮਹਾਸਭਾ ਵੀਰਵਾਰ ਨੂੰ ਇਸ ਗੱਲ ਤੇ VOTING ਕਰੇਗੀ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਮੁੱਖ ਅਧਿਕਾਰ ਸੰਸਥਾ ਤੋਂ ਮੁਅੱਤਲ ਕਰਨਾ ਹੈ ਜਾਂ ਨਹੀਂ। ਯੂਕਰੇਨ ਦੀ ਰਾਜਧਾਨੀ ਕੀਵ ਦੇ ਉਪਨਗਰ ਬੁਚਾ ਤੋਂ ਸਾਹਮਣੇ ਆਈਆਂ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਭਿਆਨਕ ਤਸਵੀਰਾਂ ਤੇ ਵੀਡੀਓਜ਼ ਦੇ ਬਾਅਦ
संयुक्त राष्ट्र विच अमेरिका की राजदूत लिंडा थॉमस ग्रीनफील्ड ने रूस ਨੂੰ 47 ਮੈਂਬਰੀ ਮਨੁੱਖੀ ਅਧਿਕਾਰ परिषद ਤੋਂ हटाउण की अपील की सी। दुनिया भर में इन्हां कार्रवाइयां की निंदा हो रही है ਅਤੇ रूस ते होर सख्त पाबंदियां लगाउण की मंग भी की गई है। हालांकि रूस ने इन्हां सारे दोषां नूं खारिज कर दिता है। थॉमस ग्रीनफील्ड ने सोमवार नूं कहा, सानू यकीन है कि रूसी बलों ने यूक्रेन में युद्ध अपराधों को अंजाम दिता है ਅਤੇ साडा मनना है कि इसलिए रूस की जवाबदेही तय की जानी चाहिए है। उन्होंने कहा, मनुखी अधिकार परिषद में रूस की भागीदारी एक मजाक है। महासभा की महिला बुलारा पालना ने बुधवार को दसिया कि यूक्रेन ते महासभा का एमरजेंसी विशेष सैशन वीरवार सवेरे 10 बजे फिर तो शुरू होएगा। उदों ही रूसी संघ के मनुखी अधिकार परिषद में मैंबरशिप के अधिकारों को मुअत्तल करने के प्रस्ताव से वोटिंग हुई। अमेरिका के कैपिटल हिल में एक लूंबड़ी ने संसद मैंबर एमी बेरा ते हमला कर दिता। डी कैलीफोर्निया के संसद मैंबर एमी बेरा का सोमवार शाम को कैपिटल हिल में एक लूंबड़ी नाल सामना होया ते इस दौरान उन्होंने कुछ सट्टां लगियां। इस मगरों डॉक्टरां ने उन्होंने सावधानी के तौर पर 4 रेबीज के टीके लगवाउण लई कहा है। बेग ने कहा कि जिवें ही वो सैनेट दफ्तर की एक इमारत चों लंघे उन्होंने एहसास होया कि उन्होंने पिछे कुछ है। उन्होंने सोचा कि कोई छोटा कुत्ता है ਅਤੇ उन्होंने अपनी छतरी की मदद नाल उसनूं हटाउण की कोशिश की, पर जल्दी ही उन्होंने एहसास होया कि वो लूंबड़ी नाल उलझ गए ने। बेरा नूं लूंबड़ी नाल उलझदा देख के मौजूद एक व्यक्ति ने रौला पा दिता ते होर लोकां नूं बुलाया। यूएस कैपिटल पुलिस अधिकारियों के मौके ते पहुंचण ते लूंबड़ी भज गई। इस तो बाद एक डॉक्टर ने बेरा की जांच की, जिसनूं उसके शरीर ते कुछ चरीटां मिलियां। उन्होंने बेरा नूं सावधानी वजों टीकाकरण करवाउण की अपील की है। बेरा ने दस्सिया कि इस तो बाद वो वाल्टर रीड नैशनल मिलिटरी मैडिकल सेंटर गए ਅਤੇ 4 टीकिਆਂ ਵਿੱਚੋਂ पहला टीका लगवाया। उन्होंने कहा कि पिछले 10 सालों में कैपिटल हिल ते मेरा सब तो असाधारण दिन सी। कैपिटल पुलिस ने कैंपस विच लूंबड़ी दे फड़े जाण दीआं कुछ फोटोआं भी ट्विटर ते साझीआं कीतीआं। पाकिस्तान विच जारी सियासी रेड़के के मद्देनज़र अमेरिका ने मंगलवार नूं सलाह जारी करके अपने नागरिकों तो अतवादी ते फिरको हिंसा नूं ध्यान विच रखते हुए इस देश की यात्रा ते मुड़ विचार करन नूं कहा। विदेश विभाग ने अपनी नवी यात्रा सलाह विच पाकिस्तान नूं यात्रा के लिहाज नाल पद्धर 3 ते रखिया है। अमेरिका ने ताज़ा सलाह विच अपने नागरिकों नूं अतवाद के अगवा होने के खदशे कारण बलोचिस्तान सूबे ते खैबर पख्तूनख्वा सूबे की यात्रा नहीं करन नूं कहा। अमेरिका ने अपने नागरिकों नूं अतवाद ते हथियारबंद संघर्ष के खदशे के मद्देनज़र कंट्रोल लाइन तो बिल्कुल अलग दे इलाकों की यात्रा नहीं करने की सलाह भी दी है। मौजूदा समय में बहुत सारे पंजाबी नौजवान विदेशों में जाके सफलता के झंडे गढ़ रहे हैं। इस विचाले पंजाब का रहने वाला सहजपाल सिंह भी इस समय विदेश में सुर्खियां बटोर रहा है। दस दिए कि सहजपाल अमेरिका के मल्टीनैशनल निवेश बैंक के तकनीकी विश्लेषक प्रोग्राम का हिस्सा बनया है, जिस कारण न्यूयॉर्क सिटी के टाइम स्क्वेयर से सहजपाल की तस्वीर प्रदर्शित की गई है। इस प्रोग्राम के तहत हुण सहजपाल टैक्नोलॉजी खोज के अत आधुनिक खेत्रों में काम करेगा। मिली जानकारी अनुसार ये पंजाबी नौजवान लुधियाना का रहने वाला है। दस्सिया जा रहा है कि सहजपाल ने थापर यूनिवर्सिटी पटियाला तो अपनी ग्रैजुएशन की पढ़ाई पूरी की है। दस दिए कि सहजपाल जिस मॉर्गन स्टैनले का हिस्सा बनया है वो अमेरिका की मल्टीनैशनल निवेश बैंक है। इस उपलब्धि तो बाद हुण सहजपाल उन्हां शख्सियतां विच शामिल हो गया जो इस नामी कंपनी का हिस्सा ने। यूक्रेन ते रूस विचाले जंग जारी है। रूस वालों किए जा रहे हमलिਆਂ कारण यूक्रेन में हर पासे तबाही का मंजर है। इस विचाले यूक्रेन के राष्ट्रपति व्लादिमीर ज़ेलेंस्की ने बुधवार को रूस ते गंभीर दोष लगाया। उन्होंने कहा कि रूस अपने कब्जे वाले मारियोपोल के बंदरगाह वाले खेतर में लोगों को जाण तो रोक रहा है। उन्होंने कहा कि रूस हज़ारों लोगों की हत्या के सबूत छुपाने लई अजिहा कर रहा। उन्होंने इन्हां हत्यावां नूं छुपाउणा चाहुंदा है। ज़ेलेंस्की ने तुर्की के एक चैनल नूं दस्सिया कि असीं मनुखी कार्गो दे नाल मारियोपोल क्यों नहीं जा सकते। इसका कारण यह है कि वो डरदे ने कि सारी दुनिया ये देख लेगी कि उत्थे की हो रहा है। ज़ेलेंस्की ने कहा कि मैनूं लगदा है कि उत्थे एक त्रासदी हुई है ते 9-10 लोग नहीं सगों हज़ारां लोग मारे गए ने ते इस तो किते ज़्यादा लोग जख्मी हुए ने। हालांकि उन्होंने भरोसा जताया कि रूस जिन्नी मर्जी कोशिश कर ले पर वो सारे सबूतों नूं छुपाउण विच कामयाब नहीं होएगा। उन्होंने इन्हां सारे यूक्रेनियां नूं दफनाउण दे योग नहीं होएगा जो मर चुके ने जां जख्मी हुए ने। ये इन्नी वड्डी गिणती है कि इसनूं छुपाउणा असंभव है। रूस ने कीव दे बाहर बुका शहर विच अजिहा ही कुछ करन दी कोशिश कीती सी। रूस ने इत्थे मनुखी कतलेआम करके सबूतां नूं लुकाउण दी कोशिश कीती सी पर सच्चाई दुनिया दे सामने आ गई। इस तो अगे
ਜ਼ੇਲੈਂਸਕੀ ਨੇ ਕਿਹਾ ਕਿ ਉਹਨਾਂ ਨੇ ਕਈ ਪਰਿਵਾਰਾਂ ਨੂੰ ਸਾੜ ਦਿੱਤਾ ਹੈ। ਕੱਲ ਸਾਨੂੰ ਦੁਬਾਰਾ ਇੱਕ ਨਵਾਂ ਪਰਿਵਾਰ ਮਿਲਿਆ ਜਿਸ ਵਿੱਚ ਮਾਤਾ ਪਿਤਾ ਤੇ 2 ਬੱਚੇ ਸ਼ਾਮਲ ਸਨ। ਰੂਸੀ ਫੌਜ ਨੇ ਇਹਨਾਂ ਸਾਰਿਆਂ ਨੂੰ ਸਾੜ ਦਿੱਤਾ। ਇਹਨਾਂ ਕਾਰਨਾਂ ਕਰਕੇ ਹੀ ਮੈਂ ਉਹਨਾਂ ਨੂੰ ਨਾਜ਼ੀ ਕਿਹਾ ਹੈ। ਸ਼ਾਂਤੀ ਵਾਰਤਾ ਜਾਰੀ ਰੱਖਣ ਦੇ ਮੁੱਦੇ ਤੇ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੂੰ ਵੀ ਗੱਲਬਾਤ ਜਾਰੀ ਰੱਖਣੀ ਪਏਗੀ ਕਿਉਂਕਿ ਇਸ ਤੋਂ ਬਿਨਾਂ ਜੰਗ ਨੂੰ ਰੋਕਣਾ ਮੁਸ਼ਕਿਲ ਹੋਏਗਾ। यूक्रेन ने कहा है कि रूसी फौज नाल मुकाबला करन दौरान बंदी बनाईਆਂ ਗਈਆਂ यूक्रेनी महिला सैनिकों ते तशद्दद ढाया जा रहा है। यूक्रेन के मनुखी अधिकारां दे एक अधिकारी ने दावा किया है कि 12 तो वध यूक्रेनी महिला सैनिक रूसी फौज के कब्जे विच ने अते रूसी फौज द्वारा उन्होंने तसीहे दे रही है अते उन्हां नाल दुर्व्यवहार किया जा रहा। CNN की एक रिपोर्ट अनुसार रूसी फौज ने शुक्रवार नूं 86 बंदी यूक्रेनी सैनिकों नूं रिहा किया जिस विच 15 महिला सिपाही भी शामिल सन। मनुखी अधिकारां लई यूक्रेन की संसद की कमिश्नर ल्यूडमिला डेनिसोवा ने मंगलवार नूं अपने अधिकारत टैलीग्राम पेज ते कहा कि गिरफ्तार कीतियां गईयां यूक्रेनी महिला सैनिकों नूं पहलां बेलारूस अते बाद विच ब्रायंसिक विच रूस विच प्री ट्रायल नज़रबंदी केंद्र विच लिजाया गया जिथे उन्हां नूं धमकियां दित्तियां गईयां। पेनसिल्वानिया के एक हाई स्कूल विच विद्यार्थी ने गोली चला के एक विद्यार्थी नूं जख्मी कर दिता। एरी दे पब्लिक स्कूल ने जारी एक बयान विच कहा है कि जख्मी हुए विद्यार्थी की हालत स्थिर है। एरी पुलिस विभाग के उप मुखी माइकल नॉलन ने दस्सिया कि शक्की दोषी विद्यार्थी विरुद्ध मामला दर्ज कर लिया गया है। उन्होंने कहा कि शक्की विद्यार्थी घटना तो बाद फरार हो गया तो उसकी भाल लई कई एजेंसियां काम कर रही ने। नॉलन अनुसार शक्की विद्यार्थी ने गिण मिथ के अपने साथी विद्यार्थी को निशाना बनाया है तो यह अचनचेत वापरी घटना नहीं है। गोली चलण की सूचना मिलण ते मापियां विच अफरा तफरी मच गई तो अपने बच्चों बारे जानकारी लैण लई स्कूल वाल भज्जे। फिलहाल स्कूल नूं बंद कर दिता गया है। शहर के मेयर जॉश शंबर ने एक बयान विच घटना नूं बहुत ही अफसोसनाक करार दिता। उन्होंने विद्यार्थियों अध्यापकों ते स्कूल के प्रबंधकों नूं हर तरह की मदद की पेशकश की। इल कैनेडियन माउंटेड पुलिस ने ब्रिटिश कोलंबिया सूबे के शहर कलूना निवासी पंजाबन सिक्योरिटी गार्ड हरमनदीप कौर के कतल केस विच 22 साला जेंट ऑजनी बेन हैबॉर्न नूं गिरफ्तार किया। ब्रिटिश कोलंबिया प्रोसिक्यूशन सर्विसेज एजेंसी ने उसके दूजे दर्जे के कतल केस तहत चार्ज लाया है। घटना बीती 26 जनवरी की है जदों हरमनदीप कौर यूनीवर्सिटी ऑफ ब्रिटिश कोलंबिया ओकानगन कैंपस विखे रात समय सिक्योरिटी गार्ड की ड्यूटी दे रही सी तां डैनट ने अचानक उस पर हमला कर दिता। हमले च गंभीर जख्मी हुई हरमनदीप कौर नूं हस्पताल दाखिल करवाया गया जिथे उसकी मौत हो गई सी। जिला कपूरथला के पिंड सैदोवाल के पालजीत सिंह की होनहार धी हरमनदीप 2015 च विद्यार्थी वीजे ते कनेडा गई सी ते फरवरी के पहले हफ्ते उसनूं कनेडा की PR मिली सी। भारतीय अमेरिकी व्यक्ति की अगवाई वाले आर्टिफिशियल इंटैलीजेंस स्टार्टअप ने हुण तक $20 करोड़ इकट्ठे कर लए ने ते इसने अपनी टीम विच कुछ होर प्रमुख मैंबर शामिल किए ने। यह जानकारी भारतीय अमरीकी विशाल सिक्का द्वारा स्थापित मनुखी केंद्रित AI प्लेटफॉर्म और उत्पादों की कंपनी वियानाई सिस्टम्स द्वारा एक बयान विच दिती गई। कंपनी ने अपनी लीडरशिप टीम के विस्तार बारे भी जानकारी दी है और कहा कि डॉक्टर नवीन बुद्धि राजा को चीफ टैक्नोलॉजी अफसर और डीन जरमेयर को चीफ रेवन्यू अफसर नियुक्त किया गया है। टीम में शामिल किए गए नवे लोगों में शबाना खान भी ने जिन्होंने मार्केटिंग का मुखी बनाया गया है और प्रदीप पनीकर ने वित्त मुखी वजों अहदा संभालिया है। इंग्लैंड विच कोरोना वायरस के मामले रिकॉर्ड नवे पद्धर ते पहुंच गए ने। पिछले महीने कोविड-19 का पता लगवाउण लई कीते गए टेस्ट विच हर 16 विचों एक व्यक्ति भाव 6.37% संक्रमित पाया गया सी। यह दर फरवरी विच दर्ज की गई लाग की दर नालों दुगनी है। फरवरी विच टेस्ट किए गए हर 35 लोगों विचों एक व्यक्ति कोविड संक्रमित पाया गया सी। यह जानकारी एक नवे अध्ययन तो सामने आई है। यूके विच इंपीरियल कॉलेज लंडन के लंबे रियल टाइम असैसमेंट ऑफ कम्यूनिटी ट्रांसमिशन के विश्लेषण विच पाया गया कि लाग की दर हर 30 दिनों विच दुगनी हो जाती है। अध्ययन तो निगरानी के अंकड़ियां के अनुसार लाग के ज्यादातर केस ओमिक्रॉन के BA.2 स्टील्थ वेरिएंट तो सन। बुधवार को जारी किया गया अध्ययन 8 तो 31 मार्च के विचकार इकट्ठे किए गए लगभग 1,10,000 लार के नमूनिया पर आधारित है। इंपीरियल स्कूल ऑफ पब्लिक हैल्थ के रैक्ट प्रोग्राम के निर्देशक प्रोफैसर पॉल इलियट ने कहा कि यह रुझान चिंताजनक है। जो इन्नी वड्डी गिणती विच लोग संक्रमित हो रहे हैं, यह होर लोगों को गंभीर रूप विच बीमार कर सकता है और उन्होंने हस्पताल जाने की लोड़ है। उन्होंने कहा कि हालांकि पाबंदियां खत्म हो गई ने, मैं लोगों को अपील करांगा कि वो दूजे लोगों की सुरक्षा लई
ਸਾਵਧਾਨੀ ਨਾਲ ਵਿਵਹਾਰ ਕਰਨ। ਜੇ ਤੁਹਾਨੂੰ ਖੁਦ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਨੇ ਤਾਂ ਦੂਜੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ। ਇਹ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।